ਅੱਜ ਅਸੀਂ ਸਫ਼ਰ ਕਰ ਰਹੇ ਹਾਂ ਇੱਕ ਅਜਿਹੇ ਸ਼ਹਿਰ ਦਾ ਜਿਹੜਾ ਅਸੰਭਵ ਹਾਲਾਤਾਂ ਨਾਲ ਲੜ ਕੇ ਬਣਾਇਆ ਗਿਆ। ਇੱਕ ਅਜਿਹਾ ਇੰਜੀਨੀਅਰਿੰਗ ਦਾ ਕਮਾਲ ਜਿਸ ਨੇ ਸਦੀਆਂ ਤੋਂ ਵੱਡੇ-ਵੱਡੇ ਮਾਹਰਾਂ ਨੂੰ ਵੀ ਸੋਚਾਂ ਵਿੱਚ ਪਾ ਦਿੱਤਾ। ਹਾਂ, ਅਸੀਂ ਗੱਲ ਕਰ ਰਹੇ ਹਾਂ ਮਾਚੂ ਪਿਚੂ ਦੀ। ਤਾਂ ਸਵਾਲ ਇਹ ਉੱਠਦਾ ਹੈ, ਇੱਕ ਅਜਿਹੀ ਸਭਿਅਤਾ ਜਿਸ ਕੋਲ ਨਾ ਲੋਹਾ ਸੀ, ਨਾ ਪਹੀਏ ਤੇ ਨਾ ਹੀ ਕੋਈ ਲਿਖਤੀ ਨਕਸ਼ੇ, ਉਹਨਾਂ ਨੇ ਆਖਿਰ ਅਜਿਹਾ ਸ਼ਹਿਰ ਬਣਾਇਆ ਕਿਵੇਂ? ਇੱਕ ਅਜਿਹਾ ਸ਼ਹਿਰ ਜੋ 600 ਸਾਲਾਂ ਤੋਂ ਪਹਾੜ ਦੀ ਇੱਕ ਤਿੱਖੀ ਟੀਸੀ ਤੇ ਟਿਕਿਆ ਹੋਇਆ ਹੈ। ਇਹ ਇੱਕ ਬਹੁਤ ਵੱਡਾ ਕੇਂਦਰੀ ਰਹੱਸ ਹੈ ਜਿਸ ਨੂੰ ਅਸੀਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ। ਇੰਕਾ ਲੋਕ ਆਪਣੇ ਪਿੱਛੇ ਕੋਈ ਬਲੂਪ੍ਰਿੰਟ ਤਾਂ ਛੱਡ ਕੇ ਨਹੀਂ ਗਏ, ਬਸ ਛੱਡ ਗਏ ਤਾਂ ਇਹ ਪੱਥਰਾਂ ਦੀ ਬੁਝਾਰਤ। ਚਲੋ ਸ਼ੁਰੂ ਕਰਦੇ ਹਾਂ ਇਸ ਦੀ ਕਹਾਣੀ ਨਾਲ। ਗੱਲ ਹੈ 1911 ਦੀ, ਜਦੋਂ ਇੱਕ ਖੋਜੀ ਹੀਰਾਮ ਬਿੰਘਮ ਨੂੰ ਇਹਨਾਂ ਖੰਡਰਾਂ ਤੱਕ ਲਿਆਂਦਾ ਗਿਆ। ਸੋਚੋ, ਇਹ ਇੱਕ ਅਜਿਹਾ ਗੁਆਚਿਆ ਹੋਇਆ ਸ਼ਹਿਰ ਸੀ ਜਿਸ ਤੇ ਉਹਨਾਂ ਸਪੈਨਿਸ਼ ਜੇਤੂਆਂ ਦੀ ਨਜ਼ਰ ਵੀ ਨਹੀਂ ਪਈ ਸੀ ਜਿਨ੍ਹਾਂ ਨੇ 1500 ਦੇ ਦਹਾਕੇ 'ਚ ਪੂਰੇ ਇੰਕਾ ਸਾਮਰਾਜ ਨੂੰ ਤਬਾਹ ਕਰ ਦਿੱਤਾ ਸੀ। ਤਾਂ ਇਹ ਹੈ ਕਿੱਥੇ? ਇਹ ਦੱਖਣੀ ਪੇਰੂ ਵਿੱਚ ਐਂਡੀਜ਼ ਪਹਾੜਾਂ ਦੀ ਗੋਦ ਵਿੱਚ ਲਗਭਗ 8000 ਫੁੱਟ ਦੀ ਉਚਾਈ ਤੇ ਵਸਿਆ ਹੋਇਆ ਹੈ। ਇਸ ਨੂੰ ਬਣਾਇਆ ਸੀ ਇੰਕਾ ਸਮਰਾਟ ਪਾਚਾਕੁਟੀ ਨੇ, ਤਕਰੀਬਨ 15ਵੀਂ ਸਦੀ ਵਿੱਚ। ਇੱਥੇ ਕਰੀਬ 200 ਇਮਾਰਤਾਂ ਹਨ। ਇਹ ਇੱਕ ਤਰ੍ਹਾਂ ਨਾਲ ਸਮਰਾਟ ਦੀ ਸ਼ਾਹੀ ਜਾਇਦਾਦ ਸੀ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਪੈਨਿਸ਼ ਜਿੱਤ ਤੋਂ ਬਾਅਦ ਇਹ ਸ਼ਹਿਰ ਇਤਿਹਾਸ ਦੇ ਪੰਨਿਆਂ 'ਚੋਂ ਕਿਧਰੇ ਗੁਆਚ ਹੀ ਗਿਆ ਤੇ ਸਦੀਆਂ ਬਾਅਦ ਮੁੜ ਲੱਭਿਆ। ਹੁਣ ਇਸ ਤੋਂ ਪਹਿਲਾਂ ਕਿ ਆਪਾਂ ਇਹ ਦੇਖੀਏ ਕਿ ਬਣਿਆ ਕਿਵੇਂ, ਇੱਕ ਵੱਡਾ ਸਵਾਲ ਇਹ ਹੈ ਕਿ ਇਸ ਨੂੰ ਬਣਾਇਆ ਇੱਥੇ ਹੀ ਕਿਉਂ ਗਿਆ? ਮਤਲਬ ਇੰਨੀ ਔਖੀ ਥਾਂ ਤੇ। ਇਹ ਜਗ੍ਹਾ ਆਪਣੇ ਆਪ 'ਚ ਬਹੁਤ ਖਾਸ ਸੀ, ਜਿੱਥੇ ਇੱਕ ਪਾਸੇ ਬੇਅੰਤ ਤਾਕਤ ਸੀ ਤਾਂ ਦੂਜੇ ਪਾਸੇ ਬੇਹਿਸਾਬ ਚੁਣੌਤੀਆਂ ਵੀ। ਦੇਖੋ, ਚੁਣੌਤੀਆਂ ਕੀ ਸਨ? ਤਿੱਖੀਆਂ, ਅਸਥਿਰ ਢਲਾਣਾਂ, ਬਾਰਿਸ਼ ਇੰਨੀ ਜ਼ਿਆਦਾ ਕਿ ਸਾਲ 'ਚ 2000 ਮਿਲੀਮੀਟਰ ਤੱਕ ਹਰ ਵੇਲੇ ਜ਼ਮੀਨ ਖਿਸਕਣ ਦਾ ਡਰ। ਪਰ ਫਾਇਦੇ ਵੀ ਸਨ। ਇਹ ਇੱਕ ਰਣਨੀਤਿਕ ਥਾਂ ਸੀ, ਦੁਸ਼ਮਣਾਂ ਤੋਂ ਸੁਰੱਖਿਅਤ। ਇੱਥੋਂ ਐਂਡੀਜ਼ ਤੇ ਐਮਾਜ਼ਨ ਦੋਵਾਂ ਥਾਵਾਂ ਦੇ ਸਰੋਤ ਮਿਲ ਜਾਂਦੇ ਸਨ ਤੇ ਸਭ ਤੋਂ ਵੱਡੀ ਗੱਲ, ਇਹ ਜਗ੍ਹਾ ਪਵਿੱਤਰ ਮੰਨੀ ਜਾਂਦੀ ਸੀ ਪਹਾੜਾਂ ਤੇ ਨਦੀ ਕਰਕੇ। ਪਰ ਫਿਰ ਵੀ ਅਜਿਹੀ ਤਿੱਖੀ ਟੀਸੀ ਤੇ ਸ਼ਹਿਰ ਵਸਾਉਣਾ, ਇਹ ਸੋਚਣਾ ਵੀ ਅਸੰਭਵ ਜਿਹਾ ਲੱਗਦਾ ਹੈ। ਤਾਂ ਫਿਰ ਇਸ ਦਾ ਰਾਜ਼ ਕੀ ਹੈ? ਮਾਚੂ ਪਿਚੂ ਦੇ ਸੈਂਕੜੇ ਸਾਲਾਂ ਤੱਕ ਟਿਕੇ ਰਹਿਣ ਦਾ ਰਾਜ਼ ਉਸ ਚੀਜ਼ ਵਿੱਚ ਨਹੀਂ ਹੈ ਜੋ ਸਾਨੂੰ ਉੱਪਰੋਂ ਦਿਸਦੀ ਹੈ, ਬਲਕਿ ਉਸ ਵਿੱਚ ਹੈ ਜੋ ਜ਼ਮੀਨ ਦੇ ਹੇਠਾਂ ਛੁਪਿਆ ਹੋਇਆ ਹੈ। ਜੀ ਹਾਂ, ਅਸਲੀ ਕਮਾਲ ਤਾਂ ਇਸ ਦੀ ਨੀਂਹ ਵਿੱਚ ਹੈ। ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਸ਼ਹਿਰ ਦੀ ਉਸਾਰੀ ਦਾ ਲਗਭਗ 60% ਹਿੱਸਾ ਜ਼ਮੀਨ ਦੇ ਹੇਠਾਂ ਹੈ। ਇਹ ਸਿਰਫ ਨੀਂਹ ਨਹੀਂ, ਬਲਕਿ ਪਾਣੀ ਦੇ ਨਿਕਾਸ ਦਾ ਇੱਕ ਬਹੁਤ ਹੀ ਵੱਡਾ ਤੇ ਗੁੰਝਲਦਾਰ ਸਿਸਟਮ ਹੈ। ਆਹ ਜਿਹੜੀਆਂ ਪੌੜੀਆਂ ਵਰਗੀਆਂ ਛੱਤਾਂ ਦਿਸਦੀਆਂ ਨੇ ਨਾ, ਇਹ ਸਿਰਫ ਖੇਤੀਬਾੜੀ ਲਈ ਨਹੀਂ ਸਨ। ਇਹ ਤਾਂ ਇੱਕ ਬਹੁਤ ਹੀ ਹੁਸ਼ਿਆਰ ਇੰਜੀਨੀਅਰਿੰਗ ਦਾ ਨਮੂਨਾ ਹੈ। ਦੇਖੋ ਕਿਵੇਂ, ਸਭ ਤੋਂ ਉੱਪਰ ਖੇਤੀ ਵਾਲੀ ਮਿੱਟੀ, ਉਸਸੇ ਥੱਲੇ ਬਜਰੀ ਤੇ ਰੇਤ, ਫਿਰ ਹੋਰ ਵੱਡਾ ਮਲਬਾ ਤੇ ਅਖੀਰ 'ਚ ਪੱਥਰ ਦੀ ਕੰਧ। ਇਹ ਸਿਸਟਮ ਕਰਦਾ ਕੀ ਹੈ? ਇਹ ਭਾਰੀ ਮੀਂਹ ਦੇ ਪਾਣੀ ਨੂੰ ਹੌਲੀ-ਹੌਲੀ ਛਾਣ ਕੇ ਬਾਹਰ ਕੱਢ ਦਿੰਦਾ ਹੈ। ਇਸ ਨਾਲ ਮਿੱਟੀ ਦਾ ਕਟਾਅ ਨਹੀਂ ਹੁੰਦਾ ਅਤੇ ਪੂਰਾ ਸ਼ਹਿਰ ਪਹਾੜ ਤੋਂ ਹੇਠਾਂ ਖਿਸਕਣ ਤੋਂ ਬਚਿਆ ਰਹਿੰਦਾ ਹੈ। ਕਮਾਲ ਹੈ ਨਾ? ਅੱਛਾ, ਤਾਂ ਜਦੋਂ ਨੀਂਹ ਪੱਕੀ ਹੋ ਗਈ, ਫਿਰ ਵਾਰੀ ਆਈ ਕੰਧਾਂ ਦੀ। ਅਤੇ ਇੱਥੇ ਇਨਕਾ ਲੋਕਾਂ ਨੇ ਜੋ ਕਮਾਲ ਕੀਤਾ, ਉਹ ਅੱਜ ਵੀ ਦੁਨੀਆ ਨੂੰ ਹੈਰਾਨ ਕਰਦਾ ਹੈ। ਉਹਨਾਂ ਨੇ ਬਿਨਾਂ ਕਿਸੇ ਸੀਮੈਂਟ, ਮਸਾਲੇ ਜਾਂ ਅੱਜ ਦੇ ਔਜ਼ਾਰਾਂ ਦੇ ਦੁਨੀਆ ਦੀ ਸਭ ਤੋਂ ਬਿਹਤਰੀਨ ਪੱਥਰਕਾਰੀ ਕਰ ਵਿਖਾਈ। ਇਨ੍ਹਾਂ ਦੇ ਜੋੜ ਇੰਨੇ ਪੱਕੇ ਤੇ ਸਹੀ ਨੇ, ਕਿਹਾ ਜਾਂਦਾ ਹੈ ਕਿ ਇਨ੍ਹਾਂ ਨੂੰ ਇੰਨੀ ਸਾਵਧਾਨੀ ਨਾਲ ਤਰਾਸ਼ਿਆ ਗਿਆ ਸੀ ਕਿ ਉਹ ਇੱਕ ਦੂਜੇ ਵਿੱਚ ਬਿਲਕੁਲ ਫਿੱਟ ਹੋ ਜਾਣ। ਮਤਲਬ ਵੱਡੇ-ਵੱਡੇ ਗ੍ਰੇਨਾਈਟ ਦੇ ਪੱਥਰਾਂ ਨੂੰ ਇੰਨੀ ਸਫਾਈ ਨਾਲ ਜੋੜਿਆ ਗਿਆ ਹੈ ਕਿ ਅੱਜ ਵੀ ਉਨ੍ਹਾਂ ਦੇ ਵਿਚਕਾਰ ਇੱਕ ਚਾਕੂ ਦੇ ਨੋਕ ਤੱਕ ਹੀ ਇੱਕ ਪੱਤਾ ਵੀ ਨਹੀਂ ਵਾੜਿਆ ਜਾ ਸਕਦਾ। ਪਰ ਇਹ ਕੀਤਾ ਕਿਵੇਂ? ਉਨ੍ਹਾਂ ਦੀ ਤਕਨੀਕ ਬੜੀ ਦਿਲਚਸਪ ਸੀ। ਉਹ ਇੱਕ ਨਵਾਂ ਪੱਥਰ ਹੇਠਲੇ ਪੱਥਰ ਤੇ ਰੱਖਦੇ, ਫਿਰ ਉਸ ਦੀ ਸ਼ਕਲ ਹੇਠਾਂ ਵਾਲੇ ਤੇ ਉੱਕਰ ਲੈਂਦੇ, ਫਿਰ ਉੱਪਰਲੇ ਪੱਥਰ ਨੂੰ ਚੁੱਕ ਕੇ ਹੇਠਾਂ ਵਾਲੇ ਨੂੰ ਉਸ ਨਿਸ਼ਾਨ ਤੱਕ ਧਿਆਨ ਨਾਲ ਠੋਕ-ਠੋਕ ਕੇ ਕੱਢਦੇ। ਇਹ ਕੰਮ ਵਾਰ-ਵਾਰ ਕੀਤਾ ਜਾਂਦਾ ਸੀ ਜਦੋਂ ਤੱਕ ਦੋਵੇਂ ਪੱਥਰ ਬਿਲਕੁਲ ਸਹੀ ਨਾ ਬੈਠ ਜਾਣ। ਇਸੇ ਤਕਨੀਕ ਕਰਕੇ ਹੀ ਇਹ ਇਮਾਰਤਾਂ ਭੂਚਾਲ ਤੱਕ ਸਹਿਣ ਦੇ ਕਾਬਿਲ ਬਣੀਆਂ। ਅਤੇ ਹਾਂ, ਹਰ ਕੰਧ ਇੱਕੋ ਜਿਹੀ ਨਹੀਂ ਸੀ। ਉਨ੍ਹਾਂ ਦੇ ਪੱਥਰਕਾਰੀ ਦੇ ਵੀ ਵੱਖ-ਵੱਖ ਸਟਾਈਲ ਸਨ। ਜਿਵੇਂ ਇੱਕ ਸੀ ਐਸ਼ਲਰ ਮੇਸਨਰੀ, ਜਿਸ ਵਿੱਚ ਇੱਕੋ ਜਿਹੇ ਚੌਰਸ ਪੱਥਰਾਂ ਨੂੰ ਬਿਲਕੁਲ ਸਿੱਧੀਆਂ ਲਾਈਨਾਂ 'ਚ ਲਾਇਆ ਜਾਂਦਾ ਸੀ। ਇਹ ਖਾਸ ਤੌਰ ਤੇ ਮੰਦਰਾਂ ਵਰਗੀਆਂ ਵੱਡੀਆਂ ਇਮਾਰਤਾਂ ਲਈ ਵਰਤੀ ਜਾਂਦੀ ਸੀ। ਦੂਜੇ ਪਾਸੇ ਸਾਈਕਲੋਪੀਅਨ ਮੇਸਨਰੀ ਵਿੱਚ ਵੱਡੇ-ਵੱਡੇ ਵੱਖ-ਵੱਖ ਆਕਾਰਾਂ ਦੇ ਪੱਥਰਾਂ ਨੂੰ ਇੱਕ ਬੁਝਾਰਤ ਵਾਂਗ ਆਪਸ ਵਿੱਚ ਫਸਾਇਆ ਜਾਂਦਾ ਸੀ। ਇਹ ਆਮ ਤੌਰ ਤੇ ਕੰਧਾਂ ਤੇ ਛੱਤਾਂ ਲਈ ਵਰਤਿਆ ਜਾਂਦਾ ਸੀ। ਮਤਲਬ ਕਿ ਸਭ ਤੋਂ ਵਧੀਆ ਤੇ ਸੁੰਦਰ ਕੰਮ ਸਭ ਤੋਂ ਪਵਿੱਤਰ ਥਾਵਾਂ ਲਈ ਰੱਖਿਆ ਜਾਂਦਾ ਸੀ। ਪਰ ਮਾਚੂ ਪਿਚੂ ਸਿਰਫ ਇੱਕ ਸ਼ਹਿਰ ਜਾਂ ਕਿਲਾ ਨਹੀਂ ਸੀ। ਇਸ ਤੋਂ ਵੀ ਵੱਧ ਕੇ ਕੁਝ ਸੀ।
ਇੱਕ ਤਰ੍ਹਾਂ ਨਾਲ ਇੱਕ ਪਵਿੱਤਰ ਵੇਦਸ਼ਾਲਾ ਸੀ, ਯਾਨੀ ਤਾਰਿਆਂ ਤੇ ਸੂਰਜ ਨੂੰ ਦੇਖਣ ਦੀ ਥਾਂ, ਜਿਸ ਨੂੰ ਪੂਰੇ ਬ੍ਰਹਮੰਡ ਨਾਲ ਇਕਸੁਰ ਕਰਕੇ ਬਣਾਇਆ ਗਿਆ ਸੀ। ਇੱਥੇ ਇੱਕ ਖਾਸ ਪੱਥਰ ਦਾ ਥੰਮ ਹੈ, ਜਿਸ ਨੂੰ ਇੰਤਿਉਹਤਾਨਾ ਕਹਿੰਦੇ ਹਨ। ਕੇਚਵਾ ਭਾਸ਼ਾ ਵਿੱਚ ਇਸ ਦਾ ਮਤਲਬ ਹੈ ਸੂਰਜ ਨੂੰ ਬੰਨਣ ਵਾਲਾ ਥੰਮ। ਇਹ ਕੋਈ ਵੱਖਰਾ ਪੱਥਰ ਨਹੀਂ, ਬਲਕਿ ਉਸੇ ਚੱਟਾਨ ਤੋਂ ਤਰਾਸ਼ਿਆ ਗਿਆ ਹੈ ਜਿਸ ਤੇ ਖੜਾ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਸੀ ਕਿ ਇਹ ਸੂਰਜ ਦੀ ਗਤੀ ਨੂੰ, ਖਾਸ ਕਰਕੇ ਸੰਕ੍ਰਾਂਤੀਆਂ ਨੂੰ, ਬਿਲਕੁਲ ਸਹੀ ਤਰੀਕੇ ਨਾਲ ਟਰੈਕ ਕਰ ਸਕੇ। ਇਹ ਸਭ ਖੇਤੀਬਾੜੀ ਦੇ ਕੰਮਾਂ ਅਤੇ ਧਾਰਮਿਕ ਰਸਮਾਂ ਦਾ ਸਹੀ ਸਮਾਂ ਤੈਅ ਕਰਨ ਲਈ ਬਹੁਤ ਜ਼ਰੂਰੀ ਸੀ। ਅਤੇ ਕੱਲਾ ਨਹੀਂ ਸੀ, ਇੱਥੇ ਸੂਰਜ ਦਾ ਮੰਦਰ ਹੈ, ਇੱਕ ਗੋਲ ਟਾਵਰ ਜਿਸ ਦੀਆਂ ਖਿੜਕੀਆਂ ਇਸ ਤਰ੍ਹਾਂ ਬਣਾਈਆਂ ਗਈਆਂ ਹਨ ਕਿ ਜੂਨ ਦੀ ਸੰਕ੍ਰਾਂਤੀ ਵਾਲੇ ਦਿਨ ਚੜ੍ਹਦਾ ਸੂਰਜ ਸਿੱਧਾ ਇਨ੍ਹਾਂ ਵਿੱਚੋਂ ਦਿਸਦਾ ਹੈ। 3 ਖਿੜਕੀਆਂ ਵਾਲਾ ਮੰਦਰ ਵੀ ਤਾਰਿਆਂ ਦੀਆਂ ਖਾਸ ਸਥਿਤੀਆਂ ਨਾਲ ਮੇਲ ਖਾਂਦਾ ਹੈ। ਇੱਥੋਂ ਤੱਕ ਕਿ ਇੰਤਿਹੁਆਤਾਨਾ ਪੱਥਰ ਦੇ ਕੋਨੇ ਚਾਰੇ ਮੁੱਖ ਦਿਸ਼ਾਵਾਂ ਵੱਲ ਹਨ। ਇਹ ਸਭ ਸਾਬਿਤ ਕਰਦਾ ਹੈ ਕਿ ਇਨਕਾ ਲੋਕ ਸਿਰਫ ਮਹਾਨ ਕਾਰੀਗਰ ਹੀ ਨਹੀਂ, ਸਗੋਂ ਬਹੁਤ ਹੁਸ਼ਿਆਰ ਖਗੋਲ ਵਿਗਿਆਨੀ ਵੀ ਸਨ। ਹੁਣ ਇੱਕ ਹੋਰ ਦਿਲਚਸਪ ਗੱਲ, ਦਹਾਕਿਆਂ ਤੱਕ ਅਸੀਂ ਇੰਕਾ ਸਾਮਰਾਜ ਬਾਰੇ ਜੋ ਵੀ ਜਾਣਦੇ ਸੀ, ਉਹ ਉਨ੍ਹਾਂ ਦੇ ਜੇਤੂਆਂ ਯਾਨੀ ਸਪੈਨਿਸ਼ ਲੋਕਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਸੀ। ਪਰ ਹੁਣ ਨਵਾਂ ਵਿਗਿਆਨ ਇੱਕ ਬਿਲਕੁਲ ਵੱਖਰੀ ਕਹਾਣੀ ਦੱਸ ਰਿਹਾ ਹੈ, ਜੋ ਸਿੱਧੀ ਇਨ੍ਹਾਂ ਪੱਥਰਾਂ ਵਿੱਚੋਂ ਨਿਕਲ ਰਹੀ ਹੈ। ਦੇਖੋ, ਪੁਰਾਣੀ ਸਮਾਂ ਸੀਮਾ ਸਪੈਨਿਸ਼ ਲਿਖਤਾਂ ਤੇ ਆਧਾਰਿਤ ਸੀ, ਜੋ ਇੰਕਾ ਸਾਮਰਾਜ ਦੇ ਖਤਮ ਹੋਣ ਤੋਂ ਕਈ ਦਹਾਕਿਆਂ ਬਾਅਦ ਲਿਖੀਆਂ ਗਈਆਂ ਸਨ। ਤਾਂ ਇਤਿਹਾਸਕਾਰਾਂ ਨੂੰ ਇੱਕ ਤਰ੍ਹਾਂ ਨਾਲ ਸੁਣੀਆਂ-ਸੁਣਾਈਆਂ ਗੱਲਾਂ ਤੇ ਹੀ ਭਰੋਸਾ ਕਰਨਾ ਪੈਂਦਾ ਸੀ ਅਤੇ ਇਨ੍ਹਾਂ ਲਿਖਤਾਂ ਤੋਂ ਇੰਜ ਲੱਗਦਾ ਸੀ ਕਿ ਇੰਕਾ ਸਾਮਰਾਜ ਬੜੀ ਤੇਜ਼ੀ ਨਾਲ ਬਣਿਆ ਅਤੇ ਉਨੀ ਹੀ ਤੇਜ਼ੀ ਨਾਲ ਖਤਮ ਹੋ ਗਿਆ। ਪਰ ਹੁਣ ਤਸਵੀਰ ਬਦਲ ਗਈ ਹੈ। ਪਹਿਲਾਂ ਮੰਨਿਆ ਜਾਂਦਾ ਸੀ ਕਿ ਮਾਚੂ ਪਿਚੂ ਲਗਭਗ 1495 ਈਸਵੀ ਵਿੱਚ ਬਣਿਆ, ਪਰ ਹੁਣ ਜਦੋਂ ਇੱਥੋਂ ਮਿਲੇ ਪੁਰਾਣੇ ਸਮਾਨ ਦੀ ਆਧੁਨਿਕ ਕਾਰਬਨ ਡੇਟਿੰਗ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਤਾਂ 1420 ਈਸਵੀ ਦੇ ਆਸ-ਪਾਸ ਬਣਨਾ ਸ਼ੁਰੂ ਹੋ ਗਿਆ ਸੀ, ਯਾਨੀ ਪਹਿਲਾਂ ਸੋਚੇ ਜਾਣ ਤੋਂ ਵੀ ਕਈ ਦਹਾਕੇ ਪਹਿਲਾਂ। ਹੁਣ ਇਹ ਸਿਰਫ ਤਰੀਕਾਂ ਦਾ ਫੇਰਬਦਲ ਨਹੀਂ ਹੈ, ਇਸ ਦਾ ਮਤਲਬ ਬਹੁਤ ਵੱਡਾ ਹੈ। ਇਸ ਨਵੇਂ ਸਬੂਤ ਤੋਂ ਇਹ ਪਤਾ ਲੱਗਦਾ ਹੈ ਕਿ ਸਮਰਾਟ ਪਾਚਾਕੁਟੀ ਦਾ ਰਾਜ ਅਤੇ ਇੰਕਾ ਸਾਮਰਾਜ ਦਾ ਵਿਸਤਾਰ ਸਾਡੀ ਪੁਰਾਣੀ ਸੋਚ ਨਾਲੋਂ ਕਿਤੇ ਪਹਿਲਾਂ ਸ਼ੁਰੂ ਹੋਇਆ ਸੀ। ਇਸ ਨਾਲ ਸਾਡੀ ਪੂਰੀ ਸਮਝ ਹੀ ਬਦਲ ਜਾਂਦੀ ਹੈ ਕਿ ਇਹ ਸਾਮਰਾਜ ਕਿੰਨਾ ਲੰਮਾ ਚੱਲਿਆ ਔਰ ਕਿੰਨੀ ਤੇਜ਼ੀ ਨਾਲ ਫੈਲਿਆ। ਇਸ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਅਜਿਹੇ ਸ਼ਾਨਦਾਰ ਸ਼ਹਿਰ ਬਣਾਉਣ ਲਈ ਜ਼ਿਆਦਾ ਸਮਾਂ ਸੀ। ਤਾਂ ਫਿਰ ਮਾਚੂ ਪਿਚੂ ਮਨੁੱਖੀ ਸੂਝ-ਬੂਝ ਅਤੇ ਹਿੰਮਤ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ। ਇਹ ਸਾਬਿਤ ਕਰਦਾ ਹੈ ਕਿ ਜਦੋਂ ਕੁਦਰਤ ਦੀ ਡੂੰਘੀ ਸਮਝ ਅਤੇ ਆਸਮਾਨ ਵੱਲ ਦੇਖਣ ਦੀ ਦ੍ਰਿਸ਼ਟੀ ਇਕੱਠੀ ਹੋ ਜਾਵੇ ਤਾਂ ਇੱਕ ਸੱਭਿਅਤਾ ਸਦੀਆਂ ਤੱਕ ਯਾਦ ਰਹਿਣ ਵਾਲਾ ਅਜੂਬਾ ਵੀ ਬਣਾ ਸਕਦੀ ਹੈ। ਪਰ ਵੱਡਾ ਸਵਾਲ ਅਜੇ ਵੀ ਬਾਕੀ ਹੈ। 600 ਸਾਲਾਂ ਬਾਅਦ ਮਾਚੂ ਪਿਚੂ ਦੇ ਇਹ ਪੱਥਰ ਆਪਣੇ ਅੰਦਰ ਹੋਰ ਕਿਹੜੇ-ਕਿਹੜੇ ਰਾਜ਼ ਦੱਬੀ ਬੈਠੇ ਹਨ?